गुड मॉर्निंग स्टूडेंट्स। अज आप करांगे व्याकरण की इकाई क्रिया विशेषण। आप पहला किया सी क्रिया जो काम हो रहा, क्रिया विशेषण उसकी विशेषता। इसके मीनिंग तो ही जोड़ा सानू पता चलता कि क्रिया विशेषण क्रिया की विशेषता। ठीक है, सब तो पहला आप करांगे परिभाषा। जिस शब्द तो क्रिया की विशेषता का पता चले उसनू क्रिया विशेषण कहते हैं। ਜਾਂ ਆਪਾਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਜਿਹੜੇ ਸ਼ਬਦ ਕਿਸੇ ਕਿਰਿਆ ਦੇ ਹੋਣ ਦੇ ਸਮੇਂ ਕਾਰਨ ਥਾਂ ਆਦਿ ਬਾਰੇ ਦੱਸਣ ਉਹ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਜਿਵੇਂ ਗੱਡੀ ਤੇਜ਼ ਦੌੜਦੀ ਹੈ, ਦੌੜਨਾ ਇੱਕ ਕਿਰਿਆ, ਤੇਜ਼ ਉਹਦੀ ਕੀ ਆ ਵਿਸ਼ੇਸ਼ਤਾ। ਠੀਕ ਹੈ, ਅੱਗੇ ਕੁੜੀ ਹੌਲੀ ਹੌਲੀ ਬੋਲਦੀ ਹੈ ਜਾਂ ਕੁੜੀ ਤੇਜ਼ ਤੇਜ਼ ਬੋਲਦੀ ਹੈ, ਇਹ ਕੀ ਆ ਹੌਲੀ ਹੌਲੀ ਉਸ ਦੀ ਵਿਸ਼ੇਸ਼ਤਾ, ਬੋਲਣ ਦੀ ਵਿਸ਼ੇਸ਼ਤਾ। ਠੀਕ ਹੈ, ਅੱਗੇ ਕਿਰਿਆ ਦੀਆਂ ਕਿਸਮਾਂ, इस ਦੀਆਂ 8 किस्मां ਹੁੰਦੀਆਂ ਹਨ। ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ, ਕਾਰਣਵਾਚਕ, ਪ੍ਰਮਾਣਵਾਚਕ, ਸੰਖਿਆਵਾਚਕ, ਨਿਰਣਾਵਾਚਕ ਤੇ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਕਾਲਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਚੱਲੇ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਆਪਾਂ ਕੀਤਾ ਸੀ ਕਾਲ, ਕਾਲ ਭਾਵ ਟੈਂਸ, ਸਮਾਂ। ਇਸ ਤੋਂ ਹੀ ਪਤਾ ਚੱਲਦਾ ਕਿ ਕਾਲਵਾਚਕ ਜਿਸ ਤੋਂ ਉਸਦੇ ਸਮੇਂ ਦਾ ਪਤਾ ਲੱਗੇ। ਜਿਵੇਂ ਕੱਲ੍ਹ, ਪਰਸੋਂ, ਸਵੇਰ, ਇਹ ਜਿਹੜੇ ਵਰਡ ਆ, ਇਹ ਸ਼ਬਦ ਉਸ ਵਾਕ ਵਿੱਚ ਆਉਣੇ ਜ਼ਰੂਰੀ ਹੈ ਜੋ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੋਊਗਾ। ਜਿਵੇਂ ਸੀਤਾ ਕੱਲ੍ਹ ਸਕੂਲ ਗਈ, ਸੀਤਾ ਕੱਲ੍ਹ ਸਕੂਲ ਗਈ, ਕੱਲ੍ਹ ਕੀ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ। ਸਕੂਲ ਗਈ ਇੱਕ ਕਿਰਿਆ ਵਾ, ਪਰ ਕੱਲ੍ਹ ਗਈ ਉਸ ਦੀ ਵਿਸ਼ੇਸ਼ਤਾ। ਅੱਗੇ ਰਾਮ ਨੇ ਸਵੇਰੇ ਰੋਟੀ ਖਾ ਲਈ, ਰੋਟੀ ਖਾਣੀ ਕੀ ਹੈ ਇੱਕ ਕਿਰਿਆ, ਸਵੇਰੇ ਭਾਵ ਉਸ ਦੀ ਵਿਸ਼ੇਸ਼ਤਾ ਕਿ ਉਹਨੇ ਸਵੇਰੇ ਰੋਟੀ ਖਾਧੀ। ਅੱਗੇ ਦੂਸਰੇ ਨੰਬਰ 'ਤੇ ਆਪਾਂ ਕਰਾਂਗੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਇਸ ਦੇ ਵੀ ਮੀਨਿੰਗ ਤੋਂ ਹੀ ਸ਼ੋ ਹੁੰਦਾ ਕਿ ਸਥਾਨਵਾਚਕ ਭਾਵ ਜਿਸ ਤੋਂ ਸਥਾਨ ਦਾ ਪਤਾ ਲੱਗੇ। ਪਹਿਲਾਂ ਆਪਾਂ ਕੀਤਾ ਕਾਲ, ਸਮੇਂ ਦਾ ਪਤਾ ਲੱਗੇ, ਹੁਣ ਸਥਾਨ ਦਾ ਪਤਾ ਲੱਗੇ। ਜਿਵੇਂ ਘਰ, ਅੰਦਰ, ਬਾਹਰ, ਇੱਧਰ, ਉੱਧਰ, ਇਹ ਸਾਰੇ ਕੀ ਹੈ ਉਸ ਦੀਆਂ ਉਦਾਹਰਨਾਂ। ਜਿਵੇਂ ਆਪਾਂ ਕਰਾਂਗੇ ਮਾਤਾ ਜੀ ਘਰੋਂ ਬਾਜ਼ਾਰ ਗਏ, ਬਾਜ਼ਾਰ ਗਏ ਉਹਨਾਂ ਦੀ ਵਿਸ਼ੇਸ਼ਤਾ ਕਿਰਿਆ ਵਾ, ਪਰ ਕਿੱਥੋਂ ਗਏ, ਘਰੋਂ ਗਏ। ਕਿਹੜੇ ਸਥਾਨ ਤੋਂ ਗਏ, ਉਹ ਘਰ ਤੋਂ। ਘਰ ਕੀ ਹੈ ਇੱਕ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਅੱਗੇ ਮੁੰਡੇ ਨੇ ਖੇਤਾਂ ਵਿੱਚ ਕੰਮ ਕੀਤਾ, ਮੁੰਡੇ ਨੇ ਕੰਮ ਕੀਤਾ ਕਿਰਿਆ ਵਾ, ਪਰ ਉਸਨੇ ਕਿੱਥੇ ਕੰਮ ਕੀਤਾ, ਖੇਤਾਂ ਦੇ ਵਿੱਚ। ਖੇਤਾਂ ਵਿੱਚ ਕੀ ਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ। ਅੱਗੇ ਤੀਸਰੇ ਨੰਬਰ 'ਤੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ ਕਿ ਉਹ ਕੰਮ ਕਿਸ ਤਰੀਕੇ ਨਾਲ ਹੋ ਰਿਹਾ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਇਵੇਂ, ਹੌਲੀ, ਤੇਜ਼ ਆਦਿ। ਉਸ ਦੀ ਇੱਕ ਉਦਾਹਰਣ, ਉਸਨੇ ਕੱਪ ਹੌਲੀ ਰੱਖਿਆ, ਜ਼ੋਰ ਨਾਲ ਨਹੀਂ। ਕੱਪ ਰੱਖਣਾ ਕੀ ਆ ਇੱਕ ਕਿਰਿਆ, ਪਰ ਉਸਨੇ ਕਿੱਦਾਂ, ਕਿਹੜੇ ਪ੍ਰਕਾਰ, ਕਿਹੜੇ ਢੰਗ ਨਾਲ ਰੱਖਿਆ, ਹੌਲੀ ਰੱਖਿਆ, ਜ਼ੋਰ ਨਾਲ ਨਹੀਂ। ਹੌਲੀ ਦਾ ਜ਼ੋਰ ਕੀ ਆ ਇੱਕ ਪ੍ਰਕਾਰ, ਇੱਕ ਢੰਗ। ਠੀਕ ਹੈ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ। ਚੌਥੇ ਨੰਬਰ 'ਤੇ ਕਾਰਣਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਬਾਰੇ ਵਿੱਚ ਪਤਾ ਲੱਗੇ, ਜਾਂ ਜੇ ਉਸ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਕਿਉਂ, ਇਸ ਲਈ, ਇਸ ਕਰਕੇ। ਠੀਕ ਹੈ, ਕਿ ਕੋਈ ਕੰਮ ਉਸ ਦਾ ਕਾਰਨ ਕੀ ਆ। ਜਿੱਦਾਂ ਆਪਾਂ ਕੋਈ ਗੱਲ ਕਰਦੇ ਨਾ, ਆਪਾਂ ਨੇ ਇਸ ਕਰਕੇ ਆਹ ਕੰਮ ਨਹੀਂ ਕੀਤਾ, ਇੱਕ ਕਾਰਨ ਦੱਸ ਰਹੇ ਹਾਂ। ਜਿਵੇਂ ਉਦਾਹਰਣ, ਉਹ ਸਕੂਲ ਨਹੀਂ ਗਈ ਕਿਉਂਕਿ ਉਹ ਬਿਮਾਰ ਸੀ। ਸਕੂਲ ਨਹੀਂ ਗਈ ਇੱਕ ਉਸਦੀ ਕਿਰਿਆ ਵਾ ਕਿ ਉਹ ਨਹੀਂ ਗਈ, ਪਰ ਕਿਉਂ ਨਹੀਂ ਗਈ, ਇੱਕ ਕਾਰਨ ਕੀ ਸੀ, ਕਿਸ ਕਰਕੇ ਨਹੀਂ ਗਈ ਉਹ, ਕਿਉਂਕਿ ਉਹ ਬਿਮਾਰ ਸੀ। ਠੀਕ ਹੈ, ਕਿਉਂਕਿ ਇਹ ਦਰਸਾਉਂਦਾ ਕਿ ਇਹ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਹੈ। ਅੱਗੇ ਬੱਚੇ ਆਪਾਂ 5ਵੇਂ ਨੰਬਰ 'ਤੇ ਕਰਾਂਗੇ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ। ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪ੍ਰਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਸ ਨੂੰ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਥੋੜ੍ਹਾ, ਬਹੁਤ, ਇੰਨਾ, ਓਨਾ ਆਦਿ। ਉਦਾਹਰਣ, ਕੁੜੀ ਬਹੁਤ ਬੋਲਦੀ ਹੈ, ਬੋਲਣਾ ਉਹਦੀ ਕਿਰਿਆ, ਪਰ
ਕਿੰਨਾ ਬੋਲਦੀ, ਬਹੁਤ ਜ਼ਿਆਦਾ। ਉਹਦੀ ਮਿਕਦਾਰ, ਉਹਦਾ ਪ੍ਰਮਾਣ ਕੀ ਹੈ, ਬਹੁਤ ਜ਼ਿਆਦਾ। ਬਹੁਤ ਕੀ ਆ, ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ। ਜਾਂ ਇਸ ਤਰ੍ਹਾਂ ਤੇ ਆਪਾਂ ਕਹਿ ਸਕਦੇ ਹਾਂ ਕੁੜੀ ਘੱਟ ਬੋਲਦੀ ਹੈ, ਘੱਟ ਵੀ ਉਸ ਦਾ ਪ੍ਰਮਾਣਵਾਚਕ ਕਿਰਿਆ ਵਿਸ਼ੇਸ਼ਣ ਹੋਊਗਾ। ਅੱਗੇ 6ਵੇਂ ਨੰਬਰ ਤੇ 6ਵੀਂ ਕਿਸਮ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾਅ ਬਾਰੇ ਪਤਾ ਲੱਗੇ ਉਸ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਦੁਹਰਾਅ ਉਸ ਦੀ ਵਾਰੀ, ਭਾਵ ਉਹ ਕਿੰਨੀ ਵਾਰ ਹੋਇਆ ਕੰਮ, ਠੀਕ ਹੈ। ਜਿਵੇਂ ਇੱਕ ਵਾਰ, ਕਈ ਵਾਰ, ਵਾਰ-ਵਾਰ। ਉਦਾਹਰਣ ਕੀ ਆ, ਵਾਕ ਦੇ ਰੂਪ ਵਿੱਚ ਅਸੀਂ ਕਈ ਵਾਰ ਉਸ ਨੂੰ ਦੇਖਿਆ। ਉਸ ਨੂੰ ਦੇਖਣਾ ਤੇ ਇੱਕ ਕਿਰਿਆ ਵਾ, ਪਰ ਕਿੰਨੀ ਵਾਰ, ਕਈ ਵਾਰ। ਇੱਕ ਸੰਖਿਆ ਵੀ ਆਪਾਂ ਉਹਨਾਂ ਨੂੰ ਕਈ ਵਾਰ ਵੇਖਿਆ, ਬਹੁਤ ਵਾਰ ਵੇਖਿਆ। ਜਾਂ ਇੱਥੇ ਥਾਂ 'ਤੇ ਆਪਾਂ ਇਹ ਵੀ ਕਹਿ ਸਕਦੇ ਹਾਂ, ਮੈਂ ਉਸ ਨੂੰ ਬਹੁਤ ਵਾਰ ਵੇਖਿਆ, ਮੈਂ ਆਹ ਕੰਮ ਬਹੁਤ ਵਾਰ ਕੀਤਾ, ਜਾਂ ਆਹ ਕੰਮ ਮੈਂ ਬਹੁਤ ਘੱਟ ਵਾਰ ਕੀਤਾ। ਇਹ ਕੀ ਹੈ, ਇੱਕ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਦੀ ਉਦਾਹਰਣ। ਅੱਗੇ 7ਵੇਂ ਨੰਬਰ 'ਤੇ ਕਿਸਮ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਪੂਰਵਕ ਗਿਆਨ ਹੋਵੇ, ਉਸ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਜੀ ਹਾਂ, ਆਹੋ ਜੀ, ਚੰਗਾ ਜੀ। ਨਿਰਣਾ ਪਤਾ ਲੱਗੇ, ਠੀਕ ਹੈ। ਜਿਵੇਂ ਉਦਾਹਰਣ, ਚੰਗਾ ਜੀ ਮੈਂ ਗੁਰਦੁਆਰੇ ਪਹੁੰਚ ਜਾਵਾਂਗਾ। ਕਿ ਇੱਕ ਨਿਰਣਾ ਦਿੱਤਾ, ਉਸ ਨੂੰ ਦੂਸਰੇ ਇਨਸਾਨ ਨੂੰ ਕਿਹਾ ਕਿ ਹਾਂਜੀ ਚੰਗਾ ਜੀ ਮੈਂ ਪਹੁੰਚ ਜਾਵਾਂਗਾ, ਪੱਕਾ ਦੱਸਿਆ ਉਹਨੇ ਉਹਨੂੰ, ਠੀਕ ਹੈ। ਇਹ ਕੀ ਆ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਾਂ ਇੱਕ ਹੋਰ ਆਪਾਂ ਉਦਾਹਰਣ ਕਰ ਸਕਦੇ ਹਾਂ ਇਸ ਦੀ, ਜਿੱਦਾਂ ਜੀ ਹਾਂ ਲਾ ਕੇ, ਜੀ ਹਾਂ ਉਹ ਬਹੁਤ ਸਿਆਣਾ ਹੈ। ਇੱਕ ਨਿਰਣਾ ਉਸ ਦੀ ਹਾਮੀ ਭਰੀ ਦੂਸਰੇ ਇਨਸਾਨ ਦੀ ਗੱਲ ਦੇ ਵਿੱਚ ਕਿ ਹਾਂਜੀ ਜੀ ਹਾਂ ਉਹ ਬਹੁਤ ਸਿਆਣਾ ਹੈ, ਠੀਕ ਹੈ। ਅੱਗੇ 8ਵੀਂ ਕਿਸਮ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਇਹ ਵੀ ਸਾਨੂੰ ਉਸ ਦੇ ਮੀਨਿੰਗ ਤੋਂ ਹੀ ਪਤਾ ਲੱਗ ਜਾਂਦਾ, ਸ਼ਬਦ ਤੋਂ ਹੀ ਪਤਾ ਲੱਗ ਜਾਂਦਾ ਕਿ ਨਿਸ਼ਚੈ ਵਿਸ਼ਵਾਸ ਦਿਵਾਇਆ ਜਾਵੇ। ਜਿਵੇਂ ਜ਼ਰੂਰ, ਵੀ, ਬੇਸ਼ੱਕ, ਕਿ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਆ, ਇਹ ਪੱਕਾ ਵਾ, ਨਿਸ਼ਚੈ ਆ। ਉਦਾਹਰਣ, ਤੈਨੂੰ ਉਸ ਦਾ ਭਲਾ ਕਰਨਾ ਚਾਹੀਦਾ ਸੀ, ਬੇਸ਼ੱਕ ਉਸਨੇ ਤੇਰੇ ਨਾਲ ਬੁਰਾ ਕੀਤਾ। ਭਲਾ ਕਰਨਾ ਚਾਹੀਦਾ ਸੀ ਇੱਕ ਕਿਰਿਆ ਵਾ, ਬੇਸ਼ੱਕ ਨਿਸ਼ਚੈਵਾਚਕ ਆ ਕਿ ਇੱਕ ਵਿਸ਼ਵਾਸ ਦਿਵਾਇਆ ਕਿ ਭਾਵੇਂ ਉਸਨੇ ਤੇਰੇ ਨਾਲ ਬੁਰਾ ਕੀਤਾ, ਬੇਸ਼ੱਕ ਕੀਤਾ, ਪਰ ਤੈਨੂੰ ਉਹਦਾ ਭਲਾ ਕਰਨਾ ਚਾਹੀਦਾ ਸੀ, ਠੀਕ ਹੈ। ਇਹ ਸਾਰੇ ਕੀ ਆ, ਕਿਰਿਆ ਵਿਸ਼ੇਸ਼ਣ।